वाहेगुरु जी का खालसा वाहेगुरु जी की फतेह। जुगो जुग अटल जगत गुरु श्री गुरु ग्रंथ साहिब जी महाराज जी की पावन पवित्र हजूरी नौवें गुरुदेव धन धन श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान ते अमृत वेले दे सजे हुए दीवाना च हाजरियां भर रहे गुरु की साजी और नवाजी हुई गुरु स्वरूप गुरु खालसा साध संगत जियो। बड़ भागी हर संगत पावै भागहीन भरम छोटा खावै। धनता दे पात्र हो अमृत वेले तो गुरु चरना च जुड़ के रब्बी बाणी दा कीर्तन आप समूह माई भाई ने बड़े प्रेम सत्कार सहित सरवण कीता है। अज दे पावन श्री मुखवाक हुक्मनामा जो सतगुरां ने सानू अमृत वेले बख्शिश कीता है सूही दी वार चों अज दा पावन शब्द सानू प्राप्त होया। आओ कुछ समय लई अपनियां सुरतियां बिरतियां गुरुदेव दे पवित्र चरनां नाल जोड़िए। जिथे तन करके शरीर करके हाजरियां भर रहे हैं उथे अपनियां सुरतियां दी हाजरी भी गुरुदेव दे चरनां च लवाउंदिआं अपनी रसना पवित्र करदे आखो जी सतनाम श्री वाहेगुरु साहिब जी सतनाम श्री वाहेगुरु साहिब जी वाहेगुरु साहिब जी। श्लोक महला दूजा जिन्नी चलन जानिया से क्यों करहै विथार। धन श्री गुरु अंगद देव साहिब रेहण कुल सिरमौर। ये पावन पवित्र अमृत श्लोक सतगुरु गुरु अंगद देव साहब उच्चारण कर रहे हैं। गुरु अंगद पातशाह ने केवल गुरबाणी विच श्लोक उच्चारण किए। गुरुदेव वालों उच्चारण किए हुए श्लोक श्री गुरु ग्रंथ साहिब विच दर्ज 12 विच दर्ज हैं। पदियां वाले शब्द सतगुरां ने नहीं उच्चारे तो श्लोक दूसरे पातशाह धन गुरु अंगद देव साहब उचारदियां कहंदे जिन्नी चलन जाणिया से क्यों करहै विथार। जिन्हां ने जान लिया कि असी चले जाना सफर ते निकले होइए चलदियां रात दा समा किसी होटल विच किसी सराह विच असीं पहुंचदे हां। सराह दे उस कमरे विच एक रात कटनी हुंदी है सवेरे जाना हुंदा है। उस कमरे दे विच असीं यतन करदे हां भी साडे कोल जिहड़ा बैग हुंदा है उहदे विचों केवल जो जरूरत दा समान है वो कढिया जाए। ਇਹ ਤਾਂ ਨਹੀਂ ਹੁੰਦਾ ਵੀ ਉਸ बैग दे विच हफ्ते 10 दिनों के कपड़े ने असीं सारे कढ़ के बाहर टंग दिंदे हां। पता भी जिहड़ा कपड़ा सवेरे लोड़ है उही बाहर कढ़ लईए। ਉਹਦੇ 'ਚ ਅਸੀਂ ਆਪਣਾ ਖਲਾਰਾ नहीं खिलारदे क्योंकि सवेरे उन्ना ही समेटना औखा ਹੁੰਦਾ।
ਕੇਵਲ ਜੋ ਲੋੜ ਦੀਆਂ ਵਸਤੂਆਂ ਨੇ, ਜ਼ਰੂਰਤ ਦੀਆਂ ਵਸਤੂਆਂ ਨੇ, ਉਹੀ ਅਸੀਂ ਉੱਥੇ ਵਰਤਣ ਵਾਸਤੇ ਬੈਗ ਚੋਂ ਬਾਹਰ ਕੱਢਦੇ। ਇਹ ਸੰਸਾਰ ਇੱਕ ਚੱਲਦੀ ਸਰਾਂ ਹੈ। ਕਲਗੀਧਰ ਜੀ ਜਫਰਨਾਮਾ ਜਦੋਂ ਲਿਖ ਕੇ ਭੇਜਦੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿੰਦੇ ਨੇ, ਤੂੰ ਗਾਫਲ ਮਸ਼ੌਈ ਸਿਪੰਜੀ ਸਰਾਏ। ਇਹ ਜਿਹੜੀ ਸੰਸਾਰ ਦੀ ਸਰਾਂ ਹੈ, ਤੂੰ ਇਹਦੇ ਵਿੱਚ ਗਫਲਤ ਦੀ ਨੀਂਦ ਕਿ ਸੁੱਤਾ ਪਿਆ। ਇਹ ਸਰਾਂ ਆ, ਚੱਲਦੀ ਹੋਈ ਸਰਾਂ, ਜਿੱਥੇ ਇੱਕ ਰਾਤ ਲਈ ਮਨੁੱਖ ਨੇ ਰਹਿਣਾ ਤੇ ਸੁਬਾਹ ਹੁੰਦਿਆਂ ਚਲੇ ਜਾਣਾ। ਹੁਣ ਜਿਨ੍ਹਾਂ ਨੇ ਜਾਣ ਲਿਆ ਕਿ ਚਲੇ ਜਾਣਾ, ਉਹ ਫਿਰ ਆਪਣਾ ਖਲਾਰਾ ਨਹੀਂ ਖਲਾਰਦੇ। ਸੇ ਕਿਉਂ ਕਰਹਿ ਵਿਥਾਰੋ, ਕਹਿੰਦੇ ਫਿਰ ਕਿਉਂ ਵਿਸਥਾਰ ਕਰਨ ਆਪਣਾ। ਉਹਨਾਂ ਨੂੰ ਪਤਾ ਹੈ ਕਿ ਚਲੇ ਹੀ ਜਾਣਾ, ਜੇ ਜਾਣਾ ਤੇ ਫਿਰ ਇਹ ਸਾਰਾ ਕੁਝ ਸਮੇਟਣਾ ਔਖਾ ਹੋ ਜਾਣਾ। ਇਸ ਕਰਕੇ ਉਹ ਆਪਣੇ ਆਪ ਨੂੰ ਸੰਕੋਚਵਾਂ ਜਿਹਾ ਰੱਖਦੇ ਆ। ਜੋ ਲੋੜ ਹੈ, ਜ਼ਰੂਰਤ ਹੈ, ਉਹ ਜ਼ਰੂਰਤ ਦੀ ਵਸਤੂ ਹੀ ਆਪਣੇ ਪਾਸ ਰੱਖਦੇ। ਸਮੇਂ ਦੇ ਰੁਝਾਨ ਮੁਤਾਬਕ ਜਿਵੇਂ ਜਿਵੇਂ ਪਦਾਰਥਵਾਦੀ ਯੁੱਗ ਵੱਧਦਾ ਜਾ ਰਿਹਾ ਹੈ, ਪਦਾਰਥਾਂ ਦੀ ਉਹਨਾਂ ਬਹੁਲਤਾ ਦੇ ਵਿੱਚ ਮੇਰੇ ਸਮੇਤ ਸਾਡੇ ਸਾਰਿਆਂ ਦੀਆਂ ਜ਼ਰੂਰਤਾਂ ਵੀ ਵੱਧ ਗਈਆਂ। ਬਹੁਤ ਕੁਝ ਐਸਾ ਹੈ ਜਿਨ੍ਹਾਂ ਦਾ ਅੱਜ ਤੋਂ ਕੁਝ ਦਹਾਕੇ ਪਿੱਛੇ ਜਾਈਏ ਤੇ ਚੰਗਾ ਸਰਦਾ ਸੀ ਬੰਦੇ ਦਾ, ਮਨੁੱਖ ਦਾ, ਪਰ ਅੱਜ ਉਹਨਾਂ ਵਸਤੂਆਂ ਬਿਨਾਂ ਨਹੀਂ ਸਰਦਾ। ਜਿਵੇਂ ਜਿਵੇਂ ਭੱਜ ਨੱਠ ਦੀ ਜ਼ਿੰਦਗੀ ਵੱਧ ਰਹੀ ਹੈ, ਪਦਾਰਥਵਾਦੀ ਯੁੱਗ ਵੱਧ ਰਿਹਾ ਹੈ, ਤਿਵੇਂ ਤਿਵੇਂ ਮਨੁੱਖ ਆਪਣੀਆਂ ਜ਼ਰੂਰਤਾਂ, ਆਪਣੀਆਂ ਲੋੜਾਂ ਵੀ ਵਧਾਉਂਦਾ ਚੱਲਿਆ ਜਾ ਰਿਹਾ। ਅੱਜ ਵੀ ਵਰਤਮਾਨ ਦੇ ਸਮੇਂ 'ਚ ਬਹੁਤ ਐਸੇ ਗੁਰਮੁਖ ਮਹਾਂਪੁਰਸ਼, ਸਾਧੂ, ਮਹਾਤਮਾ ਮਿਲਣਗੇ ਜਿਹੜੇ ਕੇਵਲ ਤਾਂ ਕੇਵਲ ਆਪਣੇ ਆਪ ਨੂੰ ਸੰਕੁਚਵਾਂ ਜਿਹਾ ਰੱਖ ਕੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਦੀ ਅਵਸਥਾ ਵਿੱਚ ਵਿਚਰਦੇ। ਕਿ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਹੋਇਆ ਵੀ ਪਾਣੀ 'ਚੋਂ ਨਿਰਲੇਪ ਰਹਿੰਦਾ ਹੈ, ਏਦਾਂ ਉਹ ਸੰਸਾਰ ਦੀਆਂ ਜਿਹੜੀਆਂ ਲੋੜ ਦੀਆਂ ਵਸਤੂਆਂ ਉਹਦੇ ਵਿੱਚ ਵਿਚਰਦਿਆਂ ਹੋਇਆਂ ਵੀ ਨਿਰਲੇਪ ਅਵਸਥਾ ਵਿੱਚ ਵਿਚਰਦੇ। ਜਿਨ੍ਹਾਂ ਨੇ ਜਾਣ ਲਿਆ ਚਲੇ ਜਾਣਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਪੁੱਛਦੇ ਹੈ, ਕਹਿੰਦੇ ਫਿਰ ਉਹ ਕਿਉਂ ਵਿਸਥਾਰ ਕਰਨ ਭਾਈ, ਉਹ ਕਿਉਂ ਆਪਣਾ ਖਲਾਰਾ ਖਲਾਰਦੇ ਫਿਰਨ। ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨ ਹਾਰ। ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਚਲੇ ਜਾਣਾ, ਉਹ ਆਪਣੇ ਕੰਮ ਸਵਾਰਨ 'ਚ ਹੀ ਲੱਗਾ ਰਹਿੰਦਾ ਵੀ ਇਹ ਵੀ ਕਰ ਲਾਂ, ਆਹ ਵੀ ਨਿਬੇੜ ਲਵਾਂ, ਆਹ ਵੀ ਨਿਬੇੜ ਲਵਾਂ। ਅਸਲ ਕੰਮ ਉਹਨੂੰ ਭੁੱਲਿਆ ਹੁੰਦਾ। ਜਿਹੜਾ ਮੁੱਖ ਕਾਰਜ ਹੈ ਉਹ ਇਹਨੂੰ ਵਿਸਰਿਆ ਹੋਇਆ ਹੈ, ਔਰ ਮੌਤ ਨੂੰ ਭੁਲਾ ਕੇ, ਚੱਲਣੇ ਨੂੰ ਭੁਲਾ ਕੇ, ਕੇਵਲ ਸੰਸਾਰ ਦੇ ਜਿਹੜੇ ਕੰਮ ਨੇ, ਧੰਦੇ ਨੇ, ਉਹਨਾਂ ਨੂੰ ਸਵਾਰਨ ਵਿੱਚ ਲੱਗਾ ਹੋਇਆ ਹੈ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ। ਮਨੁੱਖ ਦੀ ਜ਼ਿੰਦਗੀ ਇੱਕ ਰਾਤ ਤੋਂ ਵੱਧ ਤਾਂ ਨਹੀਂ। ਹੁਣ ਆਤ ਵਾਸਤੇ ਇਹ ਸਾਰੀ ਰਾਤ ਧਨ ਨੂੰ ਸੰਚਦਿਆਂ, ਇਕੱਤਰ ਕਰਦਿਆਂ ਬਤੀਤ ਕਰਦੇ। ਅਖੀਰ ਨੂੰ ਜਦੋਂ ਕਾਲ ਰੂਪੀ ਦਿਨ ਚੜ੍ਹਦਾ ਤੇ ਇਹਦਾ ਚਾਲਾ ਵੱਜ ਜਾਂਦਾ। ਭਲਕੇ ਚੱਲਣ ਹੋਏ ਫਿਰ ਜੋ ਸੰਚਿਆ ਹੁੰਦਾ, ਇਕੱਠਾ ਕੀਤਾ ਹੁੰਦਾ ਹੈ, ਉਹਦਾ ਪਛਤਾਵਾ ਹੀ ਰਹਿ ਜਾਂਦਾ ਵੀ ਵਰਤਣ ਨੂੰ ਤਾਂ ਸਮਾਂ ਹੀ ਨਹੀਂ ਲੱਗਾ, ਵਰਤਣ ਵਾਸਤੇ ਤਾਂ ਸਮਾਂ ਹੀ ਨਹੀਂ ਲੱਗਾ। ਪਲਕ ਆਈ ਯਾਨੀ ਕਿ ਕਾਲ ਰੂਪੀ ਦਿਨ ਚੜ੍ਹਿਆ ਤੇ ਚੱਲਣਾ ਹੋ ਗਿਆ। ਖਾਲਸੀ ਬੋਲੇ ਵਿੱਚ ਕਹਿੰਦੇ ਆ ਚਾਲੇ ਪੈ ਗਏ। ਫਿਰ ਤਾਂ ਕੇਵਲ ਇੱਕ ਰਾਤ ਵਾਸਤੇ ਧਨ ਇਕੱਠਾ ਕੀਤਾ ਸੀ, ਸੰਚਿਆ ਸੀ, ਔਰ ਭਲਕੇ ਚੱਲਣ ਹੋ ਗਿਆ। ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਹੁਣ ਜੋ ਇਕੱਠਾ ਕੀਤਾ ਸੀ, ਸਤਿਗੁਰੂ ਜੀ ਕਹਿੰਦੇ ਉਹ ਨਾਲ ਨਹੀਂ ਚੱਲਦਾ।
ਕੂੜਾ ਕਰਕਟ ਇਕੱਠਾ ਕੀਤਾ, ਹੁਣ ਉਹ ਕਿੱਥੇ ਨਾਲ ਚੱਲਣਾ ਹੈ। ਜਦੋਂ ਨਾਲ ਨਹੀਂ ਚੱਲਦਾ ਤੇ ਫਿਰ ਇਹਦੇ ਮਨ 'ਚ ਪਛਤਾਵਾ, ਫਿਰ ਪਛਤਾਵਾ ਹੋਏ। ਫਿਰ ਕੇਵਲ ਤਾਂ ਕੇਵਲ ਮਨ ਵਿੱਚ ਪਛਤਾਵਾ ਹੁੰਦਾ ਹੈ ਕਿ ਮੈਂ ਜੋ ਸਾਰੀ ਜ਼ਿੰਦਗੀ ਇਕੱਤਰ ਕਰਦਾ ਰਿਹਾ ਉਹ ਆਪਣੇ ਨਾਲ ਨਹੀਂ ਲੈ ਕੇ ਚੱਲਿਆ। ਕੇਵਲ ਇਕੱਤਰ ਕੀਤੇ ਦਾ ਪਛਤਾਵਾ ਹੀ ਇਹਦੇ ਹਿਰਦੇ 'ਚ ਰਹਿ ਜਾਂਦਾ ਹੈ। ਮਹੱਲਾ ਦੂਜਾ। ਬੰਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜਿਹੜੀ ਬੱਧਾ ਚੱਟੀ ਹੈ, ਟੱਬਰ ਪਾਲਣਾ, ਪਰਿਵਾਰ ਪਾਲਣਾ, ਇਹ ਬੱਧਾ ਚੱਟੀ ਹੈ, ਪਾਲਣਾ ਪਏਗਾ। ਗ੍ਰਸਤੀ ਹੈ ਤਾਂ ਪਾਲਣਾ ਪਏਗਾ। ਹੁਣ ਉਸ ਬੱਧਾ ਚੱਟੀ ਨੂੰ ਭਰ ਕੇ ਇਹ ਆਖੇ ਵੀ ਮੈਂ ਬੜਾ ਉਪਕਾਰ ਕਰ ਰਿਹਾ, ਮੈਂ ਬੜਾ ਗੁਣ ਕਰ ਰਿਹਾ, ਤਾਂ ਮਹਾਰਾਜ ਜੀ ਕਹਿੰਦੇ ਨਾ ਗੁਣ ਹੈ ਨਾ ਉਪਕਾਰ। ਇਹਦਾ ਬੱਧਾ ਚੱਟੀ। ਸੰਸਾਰ ਦਾ ਕੋਈ ਵੀ ਕੰਮ ਤੁਸੀਂ ਬੱਧਾ ਚੱਟੀ ਕਰਦੇ ਹੋ, ਤੁਹਾਡੇ ਮਨ ਵਿੱਚ ਉਸ ਕੰਮ ਨੂੰ ਕਰਨ ਦੀ ਖੁਸ਼ੀ ਨਹੀਂ ਹੈ, ਤਾਂ ਕੀਤੇ ਹੋਏ ਇਸ ਕੰਮ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸਮਾਜ ਨੂੰ ਵਿਖਾਉਣ ਲਈ, ਲੋਕਾਂ ਨੂੰ ਵਿਖਾਉਣ ਲਈ, ਟੱਬਰ ਨੂੰ ਵਿਖਾਉਣ ਲਈ ਤੁਸੀਂ ਕਰਤਾ ਰਹੇ ਹੋ, ਪਰ ਤੁਹਾਡਾ ਆਪਣਾ ਮਨ ਜੇ ਉਸ ਕੰਮ ਨੂੰ ਕਰਨ ਵੇਲੇ ਰਾਜੀ ਨਹੀਂ, ਸੰਤੁਸ਼ਟ ਨਹੀਂ, ਤਾਂ ਫਿਰ ਉਹ ਕੇਵਲ ਬੱਧਾ ਚੱਟੀ। ਹੁਣ ਬੱਧਾ ਚੱਟੀ ਦਾ ਅਰਥ ਏਦਾਂ ਵੀ ਕਰਦੇ ਆ ਵੀ ਕਿਸੇ ਨੇ ਕਹਿ ਦਿੱਤਾ ਵੀ ਜੇ ਤੂੰ ਇਸ ਕਲੇਸ਼ ਤੋਂ ਬਚਣਾ, ਇਸ ਪਾਪ ਤੋਂ ਬਚਣਾ ਤੇ ਇੰਨਾ ਦਾਨ ਕਰ, ਫਲਾਣੇ ਨੂੰ ਦਾਨ ਕਰ, ਜਾਂ ਆਹ ਕੰਮ ਕਰ। ਹੁਣ ਜਦੋਂ ਇਹ ਬੱਧਾ ਚੱਟੀ ਹੋ ਕੇ ਮਜਬੂਰੀ ਵਾਸੀ ਆਪਣੇ ਪਾਪ ਕਰਮ ਤੋਂ ਬਚਣ ਲਈ ਕਿਸੇ ਨੂੰ ਦਾਨ ਦਿੰਦਾ ਹੈ, ਹੁਣ ਉਹ ਬੱਧਾ ਚੱਟੀ ਹੈ, ਹੁਣ ਉਹ ਨਾ ਗੁਣ ਵਿੱਚ ਹੈ ਨਾ ਉਪਕਾਰ ਵਿੱਚ, ਕਿਉਂਕਿ ਕਿਸੇ ਨੇ ਕਿਹਾ ਤਾਂ ਕੀਤਾ। ਹੁਣ ਜਿਹੜਾ ਲੈ ਰਿਹਾ ਹੁੰਦਾ ਉਹ ਵੀ ਅਹਿਸਾਨ ਨਹੀਂ ਮੰਨਦਾ, ਉਹ ਕਹਿੰਦਾ ਵੀ ਇਹਨੂੰ ਕਿਹਾ ਫਲਾਣੇ ਨੂੰ ਦਾਨ ਕਰ, ਮੈਨੂੰ ਤਾਂ ਮਿਲਦਾ। ਮੰਨ ਲਓ ਵੀ ਜੇ ਕਿਸੇ ਦਾ ਚਲਾਨ ਕੱਟ ਹੋ ਜਾਏ, ਤੇ ਉਹ ਪੈਸੇ ਹੁਣ ਬੱਧਾ ਚੱਟੀ ਦੇਣੇ ਪੈਣੇ। ਇਹ ਆਖੇ ਵੀ ਮੈਂ ਤਾਂ ਦਾਨ ਕੀਤਾ, ਪੁਲਿਸ ਵਾਲਿਆਂ ਦੀ ਤਨਖਾਹ ਇਹਦੇ ਵਿੱਚੋਂ ਇਹਨਾਂ ਨੂੰ ਮਿਲਣੀ, ਮੈਂ ਦਾਨ ਕੀਤਾ। ਹੁਣ ਉਹ ਨਾ ਤਾਂ ਉਪਕਾਰ ਹੈ ਤੇ ਨਾ ਹੀ ਗੁਣ ਹੈ। ਲੈਣ ਵਾਲੇ ਵੀ ਕਹਿੰਦੇ ਅਸੀਂ ਜੁਰਮਾਨਾ ਲਿਆ, ਤੁਸੀਂ ਕਿਉਂ ਨਹੀਂ ਲਾਇਆ ਮਾਸਕ? ਭਾਵੇਂ ਗੱਡੀ 'ਚ ਇਕੱਲੇ ਹੀ ਬੈਠੇ ਹੋਵੋ, ਕਿਉਂ ਨਹੀਂ ਲਾਇਆ? ਤੁਹਾਨੂੰ ਇਕੱਲੇ ਨੂੰ ਵੀ ਕਰੋਨਾ ਹੋ ਸਕਦਾ। ਇਹੋ ਜਿਹੇ ਨਿਯਮ ਨੇ, ਪਾਲੋ ਭਾਈ। ਹੁਣ ਉਹਨੇ ਵੀ ਉਪਕਾਰ ਨਹੀਂ ਮੰਨਣਾ, ਉਹਨੇ ਕਹਿਣਾ ਮੈਨੂੰ ਤਾਂ ਸਰਕਾਰ ਦੀਆਂ ਹਦਾਇਤਾਂ ਨੇ, ਜੁਰਮਾਨਾ ਹੈ, ਦੇਣਾ ਪਵੇਗਾ। ਹੁਣ ਅਸੀਂ ਕਹੀਏ ਵੀ 1000 ਰੁਪਈਆ ਦੇ ਕੇ ਅਸੀਂ ਦਾਨ ਕਰ ਦਿੱਤਾ, ਉਪਕਾਰ ਕਰ ਦਿੱਤਾ, ਤਾਂ ਉਹ ਵੀ ਨਹੀਂ, ਸਾਡੀ ਵੀ ਮਜਬੂਰੀ। ਜਿਹੜਾ ਦਾਨ ਕਿਸੇ ਮਜਬੂਰੀ ਵਿੱਚ ਦਿੱਤਾ ਜਾਂਦਾ ਹੈ, ਉਹ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ, ਬਹੁਤ ਕੁਝ ਤਾਂ ਮਜਬੂਰੀ ਵਿੱਚ ਵੀ ਦੇਣਾ ਪੈਂਦਾ। ਕਿਸੇ ਨੇ ਕਿਹਾ ਭਾਈ ਇਹ ਕਰੋ, ਹੁਣ ਮਜਬੂਰੀ ਵਸ ਦਿੱਤਾ ਹੋਇਆ ਜਿਹੜਾ ਦਾਨ ਪੁੰਨ ਹੈ, ਉਹ ਕਿਸੇ ਤੇ ਨਾ ਗੁਣ ਹੈ ਨਾ ਉਪਕਾਰ। ਨਾ ਜਿਸ ਨੇ ਲੈਣਾ ਹੈ ਉਹਨੇ ਗੁਣ ਉਪਕਾਰ ਮੰਨਣਾ। ਫਿਰ ਕੀ ਕਰਨਾ ਚਾਹੀਦਾ? ਅਗਲੀ ਪੰਕਤੀ 'ਚ ਦੱਸਦੇ, ਸੇਤੀ ਖੁਸ਼ੀ ਸਵਾਰੀਐ, ਨਾਨਕ ਕਾਰਜ ਸਾਰ। ਤੁਸੀਂ ਅਗਰ ਕੋਈ ਵੀ ਚੰਗਾ ਕਰਮ ਕਰਦੇ ਹੋ, ਕੋਈ ਦਾਨ ਪੁੰਨ ਦਾ ਕਰਮ ਕਰਦੇ ਹੋ, ਖੁਸ਼ੀ ਸਹਿਤ ਨਿਸ਼ਕਾਮ ਹੋ ਕੇ ਕਰੋ। ਜੇ ਤੁਸੀਂ ਆਪਣਾ ਕੰਮ ਸਵਾਰਨਾ, ਕਾਮਨਾ ਰੱਖ ਕੇ ਕੀਤਾ ਹੋਇਆ ਵੀ ਭਾਈ ਤੈਨੂੰ ਇਹ ਫਲ ਮਿਲੇਗਾ ਜੇ ਤੂੰ ਇਹ ਦਾਨ ਕਰੇਂਗਾ, ਤਾਂ ਬੱਧਾ ਚੱਟੀ ਹੋ ਗਿਆ। ਜੇ ਕਾਮਨਾ ਤੋਂ ਰਹਿਤ ਹੋ ਕੇ ਕੀਤਾ ਹੋਇਆ ਕਰਮ ਹੋਵੇਗਾ, ਖੁਸ਼ੀ ਦੇ ਨਾਲ ਕਰੇਗਾ, ਮਨ ਦੇ ਚਾਅ ਨਾਲ ਸਵਾਰੇਗਾ ਕੋਈ ਕਾਰਜ, ਤਾਂ ਕਹਿੰਦੇ ਭਾਈ ਇਹ ਤੇਰਾ ਆਪਣਾ ਕਾਰਜ ਸਫਲ ਹੋਵੇਗਾ, ਤੇਰਾ ਆਪਣਾ ਕਾਰਜ ਸਫਲ ਹੋਵੇਗਾ। ਕਾਜ ਸਵਾਰਨਹਾਰ, ਇਹਦੇ ਨਾਲ ਤੂੰ ਆਪਣਾ ਕੰਮ ਸਵਾਰੇ। ਹਾਂਜੀ। ਮਹੱਲਾ ਦੂਜਾ।
ਮਨ ਹਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ। ਮਨ ਹੱਠ ਤਰਫ ਨਾ ਜਿਪਈ, ਮਨ ਦੇ ਹੱਠ ਨਾਲ ਤੂੰ ਔਗਣਾ ਨੂੰ ਨਹੀਂ ਜਿੱਤ ਸਕਦਾ। ਜਿਹੜੀਆਂ ਭੈੜੀਆਂ ਆਦਤਾਂ ਨੇ, ਭੈੜੀਆਂ ਵਾਦੀਆਂ ਮਨੁੱਖ ਨੂੰ ਪਈਆਂ ਹੋਈਆਂ, ਉਹ ਆਪਣੇ ਮਨ ਦੇ ਹੱਠ ਨਾਲ ਨਹੀਂ ਜਿੱਤ ਸਕਦਾ, ਚਾਹੇ ਬਹੁਤੀ ਘਾਲਣਾ ਘਾਲਦਾ ਫਿਰੇ। ਪੁੱਛਿਆ ਮਹਾਰਾਜ, ਜੇ ਔਗਣ ਜਾਂ ਭੈੜੀਆਂ ਆਦਤਾਂ ਆਸੁਰੀ ਸੰਪਦਾ ਨੂੰ ਮਨ ਦੇ ਹੱਠ ਨਾਲ ਨਹੀਂ ਜਿੱਤਿਆ ਜਾ ਸਕਦਾ, ਫਿਰ ਇਹਨਾਂ ਤੋਂ ਛੁਟਕਾਰਾ ਕਿਵੇਂ ਹੋਵੇਗਾ? ਫਿਰ ਇਹ ਭੈੜੀਆਂ ਵਾਦੀਆਂ ਛੁੱਟਣਗੀਆਂ ਕਿਵੇਂ? ਹਾਂਜੀ। ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਕਹਿੰਦੇ ਸੱਚਾ ਪ੍ਰੇਮ ਕੀਤਿਆਂ ਗੁਰੂ ਨਾਲ ਉਹ ਮਾੜੀਆਂ ਆਦਤਾਂ, ਔਗਣ ਉਹ ਸਹਿਜੇ ਸਹਿਜੇ ਛੁੱਟਣ ਲੱਗ ਪੈਂਦੇ। ਜਦੋਂ ਗੁਰੂ ਨਾਲ ਪ੍ਰੇਮ ਕਰੀਏ, ਗੁਰੂ ਨਾਲ ਪ੍ਰੀਤ ਕਰੀਏ। ਤਰਫ ਜਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਜਿਹੜੇ ਸੱਚੇ ਭਾਉ ਸਹਿਤ, ਪ੍ਰੇਮ ਸਹਿਤ ਗੁਰਬਾਣੀ ਨੂੰ, ਗੁਰ ਸ਼ਬਦ ਨੂੰ ਵਿਚਾਰਦੇ ਨੇ, ਗੁਰੂ ਉਪਦੇਸ਼ ਨੂੰ ਵਿਚਾਰਦੇ ਨੇ, ਤਾਂ ਗੁਰ ਉਪਦੇਸ਼ ਨੂੰ ਵਿਚਾਰਨ ਵਾਲਿਆਂ ਦੇ ਹਿਰਦਿਆਂ ਚੋਂ ਆਸੁਰੀ ਸੰਪਦਾ, ਔਗਣ ਸੁਤੇ ਸਿੱਧ ਨਿਰਵਿਰਤ ਹੋ ਜਾਂਦੇ। ਇੱਕੋ ਦਿਨ 'ਚ ਸਾਰੇ ਔਗਣ ਨਹੀਂ ਛੁੱਟਦੇ, ਇੱਕੋ ਦਿਨ 'ਚ ਸਾਰੀਆਂ ਭੈੜੀਆਂ ਵਾਦੀਆਂ ਨਹੀਂ ਛੁੱਟਦੀਆਂ। ਇੱਕ ਇੱਕ ਕਰਕੇ ਉਹਨਾਂ ਤੋਂ ਛੁਟਕਾਰਾ ਹੋਣਾ ਸ਼ੁਰੂ ਹੋ ਜਾਂਦਾ, ਜਿਵੇਂ ਜਿਵੇਂ ਗੁਰਬਾਣੀ ਨੂੰ ਪ੍ਰੇਮ ਸਹਿਤ ਵਿਚਾਰਨਾ ਸ਼ੁਰੂ ਕਰੀਏ। ਹਾਂਜੀ। ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ। ਪੌੜੀ ਮਹਾਰਾਜ ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਹਨ। ਕਰਤੈ ਕਾਰਨ ਜਿਨ ਕੀਆ। ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਕਾਰਨ ਕੀਤਾ, ਜਿਸ ਕਾਰਨ ਤੋਂ ਜੋ ਬਣਿਆ, ਉਸ ਕਾਰਨ ਨੂੰ ਉਹ ਕਰਤਾ ਪੁਰਖ ਪਰਮੇਸ਼ਰ ਜਾਣਦਾ। ਇਹ ਸੰਸਾਰ ਬਣਾਉਣ ਸਮੇਂ ਸਭ ਤੋਂ ਪਹਿਲਾਂ ਕੀ ਕਾਰਨ ਹੋਇਆ ਹੋਵੇਗਾ? ਸਭ ਤੋਂ ਪਹਿਲਾਂ ਕੀ ਬਣਿਆ ਹੋਵੇਗਾ? ਪਾਣੀ ਬਣਿਆ, ਧਰਤੀ ਬਣੀ ਹੈ, ਜਾਂ ਆਕਾਸ਼ ਬਣਿਆ, ਜਾਂ ਜਲ ਬਣਿਆ, ਜਾਂ ਅਗਨੀ ਬਣੀ ਹੈ, ਵਾਯੂ ਬਣੀ ਹੈ, ਕੀ ਬਣਿਆ? ਜਦੋਂ ਜੀਵਾਂ ਦੀ ਉਤਪਤੀ ਹੋਈ ਹੋਵੇਗੀ, ਸਭ ਤੋਂ ਪਹਿਲਾਂ ਕੀ ਬਣਿਆ ਹੋਵੇਗਾ? ਜੇ ਜਲ ਹੈ ਤਾਂ ਮੱਛੀ ਬਣੀ ਹੋਵੇਗੀ, ਮੱਛੀ ਤੋਂ ਅੱਗੇ ਜੀਵ ਬਣੇ ਹੋਣਗੇ। ਇਹ ਕਿਆਸ ਰਾਈਆਂ ਤਾਂ ਬੜੀਆਂ ਸਾਇੰਸ ਵਾਲਿਆਂ ਵੱਲੋਂ ਵੀ ਲਾਈਆਂ ਜਾਂਦੀਆਂ ਨੇ, ਵੱਡੇ ਵੱਡੇ ਫਿਲਾਸਫਰਾਂ ਵੱਲੋਂ, ਵਿਦਵਾਨਾਂ ਵੱਲੋਂ ਵੀ ਲਾਈਆਂ ਜਾਂਦੀਆਂ। ਕੀ ਹੋਇਆ ਹੋਵੇਗਾ ਸਭ ਤੋਂ ਪਹਿਲਾਂ? ਸਭ ਤੋਂ ਪਹਿਲਾਂ ਪਹਿਲ ਮਨੁੱਖ ਦੀ ਸਿਰਜਣਾ ਕਿੱਥੇ ਹੋਈ ਹੋਵੇਗੀ? ਪੂਰੀ ਧਰਤੀ ਦੇ ਕਿਹੜੇ ਖਿੱਤੇ ਵਿੱਚ ਹੋਈ ਹੋਵੇਗੀ? ਅੰਦਾਜ਼ੇ ਲਾਏ ਕਿ ਮਨੁੱਖ ਦੇ ਸਰੀਰ ਤੇ ਵਾਲ ਨਹੀਂ ਹਨ, ਚਮੜੀ ਦੇ ਉੱਤੇ। ਇੱਥੋਂ ਅੰਦਾਜ਼ੇ ਲਾਣੇ ਸ਼ੁਰੂ ਕੀਤੇ ਕਈਆਂ ਵੀ ਜਾਪਦਾ ਵੀ ਕੋਈ ਬਹੁਤ ਗਰਮ ਇਲਾਕਾ ਹੋਵੇਗਾ, ਉੱਥੇ ਸਭ ਤੋਂ ਪਹਿਲਾਂ ਮਨੁੱਖ ਬਣੇ ਹੋਣਗੇ। ਜਦੋਂ ਉਹਦੀ ਪੜਤਾਲ ਕੀਤੀ ਤੇ ਕਹਿੰਦੇ ਦੱਖਣ ਦਿਸ਼ਾ ਦੇ ਵਿੱਚ, ਜਿਹੜੀ ਦੱਖਣੀ ਬਾਹੀ ਹੈ, ਉੱਥੇ ਮਨੁੱਖ ਬਣੇ ਹੋਣਗੇ। ਫਿਰ ਜਦੋਂ ਕੰਕਾਲ ਲੱਭੇ, ਸਭ ਤੋਂ ਪੁਰਾਣੇ ਕੰਕਾਲ, ਹਜ਼ਾਰਾਂ ਲੱਖਾਂ ਸਾਲ ਪੁਰਾਣੇ ਮਨੁੱਖਾਂ ਦੇ ਕੰਕਾਲ, ਉਹ ਚਾਈਨਾ ਦੇ ਵਿੱਚੋਂ ਮਿਲਦੇ ਆ, ਫਿਰ ਕਹਿਣਗੇ ਜੀ ਉੱਥੇ ਬਣੇ ਹੋਣਗੇ। ਅੰਦਾਜ਼ੇ ਨੇ ਨਾ, ਪਰ ਅਸਲ ਵਿੱਚ ਕਾਰਨ ਕੀ ਹੈ? ਕੀ ਬਣਿਆ ਹੋਵੇਗਾ? ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਕਰਤਾ ਪੁਰਖ ਪਰਮੇਸ਼ਰ ਜਾਣਦਾ। ਬੀਜ ਪਹਿਲਾਂ ਬਣਿਆ ਸੀ ਜਾਂ ਦਰਖਤ ਪਹਿਲਾਂ ਬਣਿਆ ਸੀ? ਜੇ ਬੀਜ ਪਹਿਲਾਂ ਸੀ ਤੇ ਫਿਰ ਉਹ ਕਿੱਥੋਂ ਆਇਆ? ਜੇ ਉਹ ਦਰਖਤ ਪਹਿਲਾਂ ਸੀ ਤੇ ਦਰਖਤ ਪਹਿਲਾਂ ਕਿੱਥੋਂ ਆਇਆ? ਇਸ ਕਰਕੇ ਉਸ ਕਾਰਨ ਨੂੰ, ਮੂਲਤଃ ਕਾਰਨ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸੋ ਜਾਣੈ ਸੋਈ ਪਰਮੇਸ਼ਰ ਜਾਣੈ।
ਜੇ ਤੂੰ ਇਸੇ ਉਲਝੇਵੇਂ ਵਿੱਚ ਉਲਝਦਿਆਂ ਜ਼ਿੰਦਗੀ ਬਸਰ ਕਰ ਦਿੱਤੀ ਤੇ ਆਪ ਖੁੰਝ ਜਾਏਗਾ ਅਸਲ ਕੰਮ ਤੋਂ। ਕੀ ਪਹਿਲਾਂ ਬਣਿਆ, ਕੀ ਪਹਿਲਾਂ ਹੋਇਆ, ਇਸੇ ਸੋਚਾਂ ਨੂੰ ਸੋਚਦਿਆਂ ਕਿਤੇ ਆਪਣਾ ਜੀਵਨ ਨਾ ਬਸਰ ਕਰ ਦੇ। ਸੋਚੈ ਸੋਚ ਨਾ ਹੋ ਗਈ, ਜੇ ਸੋਚੀ ਲੱਖ ਵਾਰ। ਤੇਰੀਆਂ ਸੋਚਾਂ ਉੱਤੇ ਕੰਮ ਨਹੀਂ ਕਰਦੀਆਂ, ਲੱਖਾਂ ਵੇਰੀ ਸੋਚੀ ਚੱਲ। ਅਖੀਰ ਇਹੀ ਕਹਿਣਾ ਪਵੇਗਾ, ਸੋ ਜਾਣੈ ਸੋਈ। ਉਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ। ਆਪੇ ਸਿਸ਼ਟ ਉਪਾਇਨ ਆਪੇ ਗੁਣ ਗੋਏ। ਆਪ ਹੀ ਵਾਹਿਗੁਰੂ ਜੀ ਸ੍ਰਿਸ਼ਟੀ ਨੂੰ ਪੈਦਾ ਕਰਦੇ ਹਨ ਔਰ ਮੁੜ ਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਸਮੇਟਦੇ ਵੀ ਆਪ ਹੀ। ਇਹ ਸ੍ਰਿਸ਼ਟੀ, ਇਹ ਧਰਤੀ ਇੱਕ ਵਾਰੀ ਨਹੀਂ ਬਣੀ, ਕਈ ਵਾਰ ਬਣੀ, ਕਈ ਵਾਰੀ ਬਿਨਸੀ। ਇੱਕ ਪਰਲੈ ਹੁੰਦੀ, ਇੱਕ ਮਹਾਪਰਲੈ। ਪਰਲੈ ਵਿੱਚ ਕੱਲੀ ਧਰਤੀ ਬਿਨਸਦੀ, ਜੀਵ ਜੰਤੂ ਬਿਨਸਦੇ ਨੇ। ਮਹਾਪਰਲੈ ਵਿੱਚ ਸਭ ਕੁਝ ਸਮਾਪਤ ਹੋ ਜਾਂਦਾ। ਪਰਲੈ ਵਿੱਚ ਬਹੁਤ ਕੁਝ ਬਿਨਸਦਾ, ਇਸੇ ਕਰਕੇ ਧਰਤੀ ਵਿੱਚੋਂ ਖੁਦਾਈਆਂ ਕਰ ਕਰਕੇ ਬੜੀਆਂ ਬੜੀਆਂ ਪੁਰਾਣੀਆਂ ਸਭਿਅਤਾਵਾਂ ਪ੍ਰਗਟ ਕੀਤੀਆਂ ਗਈਆਂ, ਜਿਹਦੇ ਚੋਂ ਸਭ ਤੋਂ ਪ੍ਰਸਿੱਧ ਸਭਿਅਤਾ ਮਹਿੰਜੋਦੜੋ ਦੀ। ਜਦੋਂ ਉੱਥੋਂ ਪ੍ਰਗਟ ਕਰਦੇ ਆ ਵੀ ਉਹਨਾਂ ਵੇਲਿਆਂ ਵਿੱਚ ਵੀ ਕਿੰਨੀ ਤਰੱਕੀ ਸੀ ਲੋਕਾਂ ਦੇ ਵਿੱਚ, ਕਿੱਦਾਂ ਦਾ ਰਹਿਣ ਸਹਿਣ ਸੀ ਉਹਨਾਂ ਦਾ, ਅੰਦਾਜ਼ੇ ਲਾਏ ਜਾਂਦੇ। ਇੱਕ ਨਾਵਲ ਹੈ, ਉਸ ਨਾਵਲ ਦਾ ਨਾਮ ਹੈ ਮੁਰਦਿਆਂ ਦਾ ਥੇ। ਗੰਗੇਵ ਰਾਘਵ ਨੇ ਉਹ ਲਿਖਿਆ, ਭਾਸ਼ਾ ਵਿਭਾਗ ਦੇ ਵਿੱਚੋਂ ਛਪਿਆ ਹੋਇਆ, ਮਿਲਦਾ ਸੀ ਕੁਝ ਸਮਾਂ ਪਹਿਲਾਂ, ਹੁਣ ਦਾ ਨਹੀਂ ਪਤਾ। ਉਹਦੇ ਵਿੱਚ ਉਹ ਕਲਪਨਾ ਕਰਕੇ ਜੋ ਉੱਥੇ ਮਿਲਿਆ ਮਹਿੰਜੋਦੜੋ ਵਿੱਚ, ਕਿੱਦਾਂ ਕਿੱਦਾਂ ਦੇ ਲੋਕ ਸੀ, ਕਿੱਦਾਂ ਦਾ ਰਹਿਣ ਸਹਿਣ ਸੀ, ਇੱਕ ਨਾਵਲ ਲਿਖਿਆ ਜਾਂਦਾ। ਚਲੋ ਭਾਵੇਂ ਕਲਪਨਾ ਸੀ ਪਰ ਕਾਫੀ ਸੱਚ ਦੇ ਨੇੜੇ। ਉਹ ਏਦਾਂ ਦੀਆਂ ਕਿੰਨੀਆਂ ਸਭਿਅਤਾਵਾਂ ਬਣੀਆਂ, ਬਿਨਸੀਆਂ, ਕਈ ਵਾਰ ਇਹ ਧਰਤੀ ਦਾ ਪਸਾਰਾ ਪਸਰਿਆ ਤੇ ਬਿਨਸਿਆ। ਤੋ ਨਿਰੰਕਾਰ ਵਾਹਿਗੁਰੂ ਇਸ ਸ੍ਰਿਸ਼ਟੀ ਨੂੰ ਇੱਕ ਛਣ ਵਿੱਚ ਆਪ ਹੀ ਬਣਾਉਂਦਾ ਹੈ ਔਰ ਫਿਰ ਆਪ ਹੀ ਆਪਣੇ ਵਿੱਚ ਗੋਈ ਸਮੇਟ ਲੈਂਦਾ। ਹਾਂਜੀ, ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਏ। ਚਾਰਾਂ ਜੁਗਾਂ ਦੇ ਵਿੱਚ ਮੈਂ ਭਵ ਕੇ ਥੱਕ ਗਈ ਹਾਂ, ਪਰ ਕਿਸੇ ਵਿਰਲੇ ਨੇ ਉਸ ਨਿਰੰਕਾਰ ਦੀ ਕੀਮਤ ਨੂੰ ਸਮਝਿਆ। ਵਾਹਿਗੁਰੂ ਪਰਮੇਸ਼ਰ ਦੀ ਬਹੁਮੁੱਲਤਾ ਨੂੰ ਕਿਸੇ ਵਿਰਲੇ ਨੇ ਜਾਣਿਆ। ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਏ। ਸਤਿਗੁਰਾਂ ਨੇ ਤਰਸ ਕਰਕੇ ਸਾਨੂੰ ਇੱਕ ਦੇ ਦਰਸ਼ਨ ਕਰਾ ਦਿੱਤੇ ਨੇ, ਇੱਕ ਦਾ ਸਰੂਪ ਵਿਖਾਲ ਦਿੱਤਾ। ਹੁਣ ਮੇਰੇ ਮਨ ਨੂੰ ਔਰ ਮੇਰੇ ਤਨ ਨੂੰ ਸੁਖ ਪ੍ਰਾਪਤ ਹੋਇਆ ਹੈ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਏ। ਜਿਹੜੇ ਗੁਰਮੁਖ ਨੇ ਉਹ ਸਦਾ ਹੀ ਸਾਹਿਬ ਨੂੰ ਸਲਾਉਂਦੇ ਆ। ਉਹ ਕਹਿੰਦੇ ਜੋ ਕਰਤੇ ਨੇ ਕਰਨਾ ਉਹੀ ਹੁੰਦਾ, ਜੋ ਕਰਤਾ ਪੁਰਖ ਪਰਮੇਸ਼ਰ ਨੇ ਕਰਨਾ ਹੈ ਸੋ ਹੋਈ, ਉਹ ਹੋ ਜਾਂਦਾ ਹੈ। ਕਰਤਾ ਕਰੇ ਸੋ ਹੋਏ। ਬੰਦਾ ਇਹ ਨਹੀਂ ਕਹਿੰਦਾ, ਜਿਹੜਾ ਗੁਰਮੁਖ ਹੈ ਉਹ ਇਹ ਨਹੀਂ ਕਹਿੰਦਾ ਵੀ ਬੰਦਿਆਂ ਦੇ ਕੀਤਿਆਂ ਕੁਝ ਹੋਣਾ ਹੈ, ਮਨੁੱਖਾਂ ਦੇ ਕੀਤਿਆਂ ਕੁਝ ਹੋਣਾ ਹੈ। ਗੁਰਮੁਖ ਦੀ ਇਹ ਦ੍ਰਿਸ਼ਟੀ ਹੈ, ਜੋ ਕਰਤਾ ਨੇ ਪਰਮੇਸ਼ਰ ਨੇ ਕਰਨਾ ਉਹ ਹੋ ਜਾਂਦਾ। ਉਸ ਕਰਤੇ ਨੇ ਕਿਸੇ ਮਨੁੱਖ ਦੀ ਸੁਰਤ ਵਿੱਚ ਆ ਕੇ ਕੀ ਕਰਨਾ ਹੈ ਉਹ ਹੋ ਜਾਂਦਾ। ਕਿਸੇ ਜੀਵ ਦੇ ਵੱਸ ਤਾਂ ਕੁਝ ਵੀ ਨਹੀਂ।